ये कैप्टन अमरिंदर सिंह ਨੂੰ ਕਿਉਂ ਘਸੀਟਦੇ ਹੋ ਹਰ ਚੀਜ਼ 'ਚ? ਅੱਜ ਦੇ ਹਾਲਾਤ 'ਚ ਉਹ ਕਿਹਦਾ ਪੋਲੀਟੀਕਲ ਸੈਕਟਰੀ ਉਹਦੇ ਨਾਲ ਤਾਂ ਜੋੜ ਲਓ। ਤੁਸੀਂ ਤਾਂ ਇਹ ਹੈ ਨਾ ਕਿ ਜੀ ਪੂਰੀ ਰਮਾਇਣ ਪੜ੍ਹ ਕੇ ਪੁੱਛਦੇ ਹੋ ਨਾਮ ਕੌਣ ਸੀ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਚਰਚਾ ਦੇ ਨਾਲ। ਤਾਂ ਪ੍ਰਚਾਰ ਦਾ ਆਖਰੀ ਦਿਨ ਚੱਲ ਰਹੇ ਨੇ ਤੇ ਲਗਾਤਾਰ ਪਾਰਟੀ ਦੇ ਵੱਡੇ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਪਹੁੰਚੇ ਨੇ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਮੁੱਲਾਪੁਰ ਦਾਖਾ ਦੀਆਂ। ਰਣਿੰਦਰ ਸਿੰਘ ਜਿਹੜੇ ਨੇ ਦਮਨਜੀਤ ਸਿੰਘ ਮੋਹੀ ਦੇ ਹੱਕ ਦੇ ਵਿੱਚ ਪ੍ਰਚਾਰ ਵਾਸਤੇ ਡਟੇ ਨੇ। ਸਰ ਕੀ ਲੱਗਦਾ ਨਵੀਂ ਪਾਰਟੀ ਨਵੀਂ ਪਾਰੀ ਹਾਕੀ ਬੋਲ ਗੋਲ ਹੋਏਗਾ 2022? ਖੇਡਾਂ ਦੇ ਮੈਦਾਨ ਦੇ ਵਿੱਚ ਕ੍ਰਿਕਟ ਬੱਲੇ ਵਾਲਾ ਵੀ ਕਾਕਾ ਹੈਗਾ ਜੀ। ਸਾਡੀ ਹਾਕੀ ਹੈ ਪੰਜਾਬ 'ਚ ਕਿਹੜੀ ਲੋਕਪ੍ਰਿय ਰਹਿੰਦੀ ਹੈ ਇਹ ਪੰਜਾਬ ਦੇ ਲੋਕ ਦੱਸਣ। ਮੰਗਦੇ ਹੋ ਉਸੇ ਰੂਪ 'ਚ ਦੇ ਰਿਹਾ ਮੈਂ ਸਮਝਦਾ ਕਿ ਜੋ ਸਾਡਾ ਸੰਗਠਨ ਹੈ, ਤੁਸੀਂ ਐਨਡੀਏ ਦੀ ਗੱਲ ਕਰੋ, ਕੇਵਲ ਮੇਰੀ ਪਾਰਟੀ ਦੀ ਗੱਲ ਨਾ ਕਰੋ। ਮੈਂ ਤਾਂ ਬਹੁਤ ਛੋਟਾ ਹਿੱਸਾ ਉਸ ਐਨਡੀਏ ਦਾ। ਤੇ ਆਪ ਸਾਡੇ ਬੀਜੇਪੀ ਦੇ ਲੀਡਰ ਸਾਹਿਬਾਨ ਨੂੰ ਹੈਗੇ ਹੈ। ਮੈਂ ਸਮਝਦਾ ਕਿ ਅਗਲੀ ਇਹ ਜਿਹੜੀ ਇਲੈਕਸ਼ਨ ਹੈ ਇਹ ਰਵਾਇਤੀ ਇਲੈਕਸ਼ਨ ਨਹੀਂ ਹੈ। ਸਮਝੋ ਇਹ ਬਹੁਤ ਮੁਸ਼ਕਿਲ ਹੈ ਸਮਝਣ ਨੂੰ। ਸਾਨੂੰ ਵੀ ਮਤਲਬ ਸਾਰਿਆਂ ਨੂੰ ਜਿਹੜੇ ਵਿਸ਼ਲੇਸ਼ਕ ਹੈਗੇ ਪੰਡਤ ਨੇ ਇਲੈਕਸ਼ਨਸ ਦੇ, ਉਹਨਾਂ ਨੂੰ ਵੀ ਥੋੜਾ ਜਿਹਾ ਅਜੀਬ ਜਿਹੀ ਲੱਗ ਰਹੀ ਹੈ ਇਹ। ਵੋਟ ਦੀ ਡਿਵੀਜ਼ਨ ਤੈਅ ਕਰੇਗੀ ਕੌਣ ਜਿੱਤੇਗਾ ਕਿ ਕੌਣ ਹਾਰੇਗਾ। ਰੌਲੇ ਨਾਲ ਨਾ ਜਾਓ। ਰੌਲਾ ਪਿਛਲੀ ਵਾਰ ਵੀ ਟੋਪੀ ਵਾਲੇ ਪਾਉਂਦੇ ਸੀ ਤੇ ਲੱਭੇ ਕਿੱਥੇ? ਉਹਨਾਂ 20 ਸੀਟਾਂ 'ਚ ਇੱਥੇ ਕਾਂਗਰਸੀਆਂ ਨੇ ਸੈਕੰਡ ਹੈਂਡ ਕੈਂਡੀਡੇਟਸ ਦਿੱਤੇ ਸੀ, ਨਹੀਂ ਤਾਂ ਉਹ ਵੀ ਜ਼ੀਰੋ ਥੇ। ਅੱਜ ਮੁੱਲਾਪੁਰ ਦਾਖਾ ਆਏ ਹੋ ਉਮੀਦਵਾਰ ਦਮਨ ਮੋਹੀ ਦੀ ਪ੍ਰਚਾਰ ਦੇ ਵਿੱਚ ਲਗਾਤਾਰ। ਕੀ ਲੱਗਦਾ ਹੈ ਕਿ ਦੂਜੇ ਪਾਸੇ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ OSD, ਦੂਜੇ ਪਾਸੇ ਦੂਜੇ ਪਾਸੇ ਉਹਨਾਂ ਦੇ ਸਾਹਮਣੇ ਖੜੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਪੋਲੀਟੀਕਲ ਸੈਕਟਰੀ। ਬਟ ਮੌਜੂਦਾ ਸਰਕਾਰ ਦੇ ਵੀ ਤਾਂ ਉਹ ਪੋਲੀਟੀਕਲ ਸੈਕਟਰੀ ਹੈਗੇ ਨਹੀਂ। ਸੋ ਸੇ ਦੈਟ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਕਿਉਂ ਘਸੀਟਦੇ ਹੋ ਹਰ ਚੀਜ਼ 'ਚ? ਪੁਰਾਣੀ ਚੀਜ਼ਾਂ ਨਾ ਬਾਰ-ਬਾਰ ਦੁਬਾਰੋ। ਅੱਜ ਦੇ ਹਾਲਾਤ 'ਚ ਉਹ ਕਿਹਦਾ ਪੋਲੀਟੀਕਲ ਸੈਕਟਰੀ ਉਹਦੇ ਨਾਲ ਤਾਂ ਜੋੜ ਲਓ। ਉਹਨੂੰ ਕਿਵੇਂ ਤੁਸੀਂ ਨਜ਼ਰਅੰਦਾਜ਼ ਕਰਦੇ ਹੋ? ਮੈਂ ਤੁਹਾਨੂੰ ਦੱਸਦਾ ਉਹ ਤਾਂ ਨਹੀਂ ਜਿੱਤਦਾ। ਉਹ ਜਿੱਤਦਾ ਨਹੀਂ ਬਿਕੋਜ਼ ਉਹ ਲੋਕ ਉੱਥੇ ਕਿੰਨਾ ਵੀ ਉਹਨੇ ਕੰਮ ਕਰਾਇਆ ਹੋਏ ਨਾ ਕਰਾਇਆ ਹੋਏ, ਇਟ ਡਸਨਟ ਮੈਟਰ ਅਨਲੈਸ ਦ ਪੀਪਲ ਥਿੰਕ। ਤੁਸੀਂ ਲੋਕਾਂ ਦੇ ਦਿਲ ਦੇ ਵਿੱਚ ਬਸੋ ਤੇ ਲੋਕਾਂ ਦੇ ਨਾਲ ਤੁਹਾਡਾ ਮਜ਼ਾਜ ਮਿਲੇ। ਉਹ ਜਜ਼ਬਾਤ ਜਦ ਤੱਕ ਉਹਨਾਂ ਦੇ ਨਹੀਂ ਉਹਨਾਂ ਦੇ ਵਿੱਚ ਤੁਹਾਡੇ ਵਾਸਤੇ ਨਹੀਂ ਹੁੰਦਾ, ਤੁਸੀਂ ਜਿੱਤ ਨਹੀਂ ਸਕਦੇ। ਕੀ ਲੱਗਦਾ ਕਿ 2019 ਤੋਂ ਬਾਅਦ 2022 ਇਲੈਕਸ਼ਨ 2019 ਵਿੱਚ ਬਾਈ ਪੋਲ ਦੇ ਵਿੱਚ ਇੱਥੋਂ ਦੀ ਕੈਪਟਨ ਸੰਦੀਪ ਸੰਧੂ ਹਰੇ ਸੀਗੇ। ਉਹ ਹੁਣ ਕਹਿੰਦੇ ਨੇ ਕਿ ਉਦੋਂ ਕਹਿੰਦੇ ਸੀਗੇ ਉਹਨਾਂ ਦੇ ਬਾਹਰੀ ਦਾ ਟੈਗ ਲੱਗਾ ਸੀ। ਦਾਖੇ ਦੇ ਲੋਕ ਕਹਿੰਦੇ ਸੀਗੇ ਕਿ ਫੁਲਕਾ ਤੋਂ ਬਾਅਦ ਅਸੀਂ ਬਾਹਰੀ ਉਮੀਦਵਾਰ ਨਹੀਂ। ਉਹ ਹੁਣ ਕਹਿੰਦੇ ਨੇ ਮੇਰਾ ਦਾਖਾ ਮੇਰਾ ਪਰਿਵਾਰ, ਵੱਡੀ ਟੈਗ ਲਾਈਨ ਦੇ ਨਾਲ ਕਹਿੰਦੇ 2.5 ਸਾਲ ਮੈਂ ਲੋਕਾਂ ਦੇ ਵਿੱਚ ਵਿਚਰਿਆ, ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸਾਂਝੀ ਰਿਹਾ ਵਾਂ ਤੇ ਲੋਕ ਇਸ ਵਾਰ ਮੈਨੂੰ ਜਿਤਾਉਣਗੇ। ਉਹਨੂੰ ਕਹਿਣ ਦਾ ਹੱਕ ਹੈ। ਮੈਂ ਉਸ 'ਤੇ ਕੀ ਟਿੱਪਣੀ ਕਰਾਂ? I have no comment to make. Everybody is a democratic society. ਹਿੰਦੁਸਤਾਨ ਦੇ ਲੋਕ ਰਾਜ ਦੇ ਵਿੱਚ ਜੋ ਜਿਸ ਨੇ ਕਹਿਣਾ ਸੋ ਤੁਸੀਂ ਉਹਨਾਂ ਤੋਂ ਜਵਾਬ ਲਓ। ਮੈਂ ਤਾਂ ਇੰਨਾ ਕਹਿ ਸਕਦਾ ਕਿ ਐਂ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਗਰ ਤੁਸੀਂ ਉਹ ਗੱਲਾਂ ਕਰਨੀਆਂ ਪਿਛਲੇ 2.5 ਸਾਲਾਂ ਦੀਆਂ ਤਾਂ ਮੈਂ ਤਾਂ ਇਹ ਵੀ ਕਹਿਣਾ ਕਿ ਪਿਛਲੇ 2.5 ਸਾਲਾਂ ਦੇ ਉਸ ਤੋਂ ਪਹਿਲਾਂ 2 ਸਾਲਾਂ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਕੰਮ ਕੀਤੇ। ਦੁੱਖ ਸੁੱਖ 'ਚ ਗਏ ਸੀ ਤੇ ਲੋਕਾਂ ਦੇ ਪੰਜਾਬ ਦੇ ਨਿਰਮਾਣ ਵਾਸਤੇ ਬਹੁਤ ਕੰਮ ਕੀਤਾ। ਉਹ ਲੋਕ ਉਹਨਾਂ ਨੂੰ ਵੀ ਜਿਤਾਉਣਗੇ। ਮੇਰਾ ਤਾਂ ਇਹ ਜਵਾਬ ਹੈ। ਅਗਰ ਤੁਸੀਂ ਪਿਛਲੀ ਗੱਲਾਂ ਕਰਨੀ, ਅੱਜ ਦੀ ਗੱਲਾਂ ਕਰਨੀ ਹੈ, ਐਨਡੀਏ ਦੀ ਗੱਲਾਂ ਕਰਨੀ ਹੈ ਤਾਂ ਆਪਾਂ ਉਹ ਗੱਲ ਕਰੋ। ਅੱਜ ਦੀ ਪ੍ਰੈਸ ਕਾਨਫਰੰਸ ਤੁਸੀਂ ਆਯੋਜਿਤ ਕੀਤੀ ਤੇ ਮਾਈਨਿੰਗ ਨੂੰ ਲੈ ਕੇ ਵੱਡੇ ਐਲੀਗੇਸ਼ਨ ਲਾਏ। ਪਿਛਲੇ ਦਿਨਾਂ ਵਿੱਚ ਦਮਨਜੀਤ ਸਿੰਘ ਮੋਹੀ ਵੱਲੋਂ ਇੱਕ ਐਲੀਗੇਸ਼ਨ ਨਹੀਂ ਹੈ ਜੀ, ਅਸੀਂ ਸਬੂਤ ਤੁਸੀਂ ਦੇ ਦਿਓ ਇਹਨਾਂ ਨੂੰ ਤਸਵੀਰਾਂ। ਵੀ ਵਿਲ ਗਿਵ ਯੂ ਦ ਪਿਕਚਰਸ ਐਂਡ ਦ ਪੇਪਰਸ ਅਖਬਾਰ ਜਿਹੜੇ ਡਾਕੂਮੈਂਟਰੀ ਐਵੀਡੈਂਸ ਹੈ ਉਹ ਵੀ ਦੇ ਦੇਣੇ ਤੁਹਾਨੂੰ। ਤੇ ਅਸੀਂ ਉਹ 4 ਦਿਨ ਪਹਿਲਾਂ ਦੀ ਵੀ ਸਾਰੀ ਫੁਟੇਜ ਦੇਖੀ ਹੈ ਜਿਹਦੇ 'ਚ 200-250 ਦੇ ਕਰੀਬ ਟਰੱਕ ਰੋਕੇ ਗਏ ਪਿੰਡ ਵੱਲੋਂ। ਵੱਡੇ ਆਰੋਪ ਲਗਾਏ ਤੇ ਉਹ ਕਹਿੰਦੇ ਨੇ ਕਿ ਇਹਦੇ ਵਿੱਚ ਪੋਲੀਟੀਕਲ ਬੰਦੇ ਦਾ ਇਨਵੋਲਵਮੈਂਟ ਹੈ। ਕਿਹੜੇ ਬੰਦੇ ਦੀ ਇਨਵੋਲਵਮੈਂਟ ਹੈ? ਹਲੋ ਜੀ ਤੁਸੀਂ ਤਾਂ ਇਹ ਹੈ ਨਾ ਕਿ ਜੀ ਪੂਰੀ ਰਮਾਇਣ ਪੜ੍ਹ ਕੇ ਪੁੱਛਦੇ ਹੋ ਨਾਮ ਕੌਣ ਸੀ। ਮੈਂ ਨਹੀਂ ਕਹਿੰਦਾ, ਮੈਂ ਤਾਂ ਅੱਕ ਗਿਆ ਤੁਹਾਨੂੰ ਕਹਿ ਕੇ। ਹੁਣ ਤੁਸੀਂ ਆਪੀ ਥੋੜੇ ਜਿਹੜੇ ਪਹਿਲੀ ਫੁਟੇਜ ਉਸ ਤੋਂ ਕੱਢ ਲਓ। ਇਹ ਜਵਾਬ ਹੋਰ ਅਗਲਾ ਪੁੱਛੋ। ਲਗਾਤਾਰ ਪਾਰਟੀ ਵਾਸਤੇ ਵਿਚਰ ਰਹੇ ਹੋ। 2 ਦਿਨ ਪਹਿਲਾਂ ਇੱਕ ਹੋਰ ਪ੍ਰੈਸ ਕਾਨਫਰੰਸ ਹੁੰਦੀ ਹੈ ਕੈਪਟਨ ਸੰਦੀਪ ਸੰਧੂ ਦੇ ਖਿਲਾਫ। ਉਹ ਕਹਿੰਦੇ ਨੇ ਕਿ ਧੋਖਾਧੜੀ ਅਤੇ ਜ਼ਮੀਨ ਹੜਪਣ ਦੇ ਆਰੋਪ ਲਗਾਉਂਦੇ ਨੇ ਤੇ ਕਹਿੰਦੇ ਨੇ ਇਲੈਕਸ਼ਨ ਕਮਿਸ਼ਨ ਨੂੰ ਵੀ ਗਲਤ ਇਨਫੋਰਮੇਸ਼ਨ ਦਿੱਤੀ ਹੈ ਜੋ ਨਾਮਜ਼ਦਗੀ ਪੱਤਰ ਦੇ ਵਿੱਚ ਜ਼ਮੀਨਾਂ ਨੂੰ ਲੈ ਕੇ। देखो मैं धोखाधड़ी वगैरह के आरोप से कोई टिप्पणी नहीं करनी।
ਇਹ ਜਮਹੂਰੀਅਤ ਹੈ ਆਪਣੀ ਜਿਹੜੀ ਡੈਮੋਕ੍ਰੇਸੀ ਦੀ। ਹਰ ਇਨਸਾਨ ਨੂੰ ਹੱਕ ਹੈਗਾ ਕਿੱਥੇ ਉਹ ਖੜਨਾ ਚਾਹੇ, ਕਦ ਖੜਨਾ ਚਾਹੇ ਔਰ ਕਿਸ ਤਰ੍ਹਾਂ ਖੜਨਾ ਚਾਹੇ। ਇਹ ਮੇਰੀ ਕੋਈ ਔਕਾਤ ਨਹੀਂ ਬਣਦੀ ਕਿਸੇ ਹੋਰ ਦੇ ਸਟੈਂਡ ਦੇ ਉੱਤੇ ਕੋਈ ਵਿਸ਼ਲੇਸ਼ਣ ਕਰਨਾ ਨਾ, ਮੈਂ ਤਾਂ ਸਮਝਦਾ ਇਸ ਤਰ੍ਹਾਂ। ਲੇਕਿਨ ਜਿੱਥੇ ਤੱਕ ਦੂਸਰਾ ਆਰੋਪ ਹੈਗਾ ਕਾਗਜ਼ਾਂ ਦਾ ਔਰ ਉਹ ਇਲੈਕਸ਼ਨ ਕਮਿਸ਼ਨ ਦੇ ਐਫੀਡੇਵਿਟ ਦੀ ਗੱਲ ਹੈ, ਇਹ ਸੀਰੀਅਸ ਮੈਟਰ ਹੈ। ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ ਦੀ ਉਲੰਘਣਾ ਹੁੰਦੀ ਹੈ ਇਹਦੇ ਰਾਹੀਂ। ਔਰ ਅਗਰ ਤੁਹਾਡੇ ਰਾਹੀਂ ਜਿਨ੍ਹਾਂ ਨੇ ਇਹ ਕੀਤਾ ਹੈ ਕੁਝ ਇਹਨਾਂ ਰਾਹੀਂ ਤੁਸੀਂ ਦੱਸ ਰਹੇ ਸੀ, ਅਗਰ ਉਹ ਭਾਈ ਸਾਹਿਬ ਤੁਸੀਂ ਸਾਨੂੰ ਕਾਗਜ਼ਾਤ ਦੇ ਜੋ ਤੇ ਅਸੀਂ ਸਿੱਧੇ ਇਲੈਕਸ਼ਨ ਜਿਹੜੇ ਪੰਜਾਬ ਦੇ ਚੀਫ ਇਲੈਕਸ਼ਨ ਕਮਿਸ਼ਨਰ ਨੇ ਉਹਨਾਂ ਨੂੰ ਜਾ ਕੇ ਰਿਪਰੈਜ਼ੈਂਟੇਸ਼ਨ ਭੇਜਾਂਗੇ ਔਰ ਇਹਦੇ ਉੱਤੇ ਪੂਰਨ ਤੌਰ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਉਹ ਬਰੀਕੀ ਨਾਲ ਦੇਖਣ। ਉਹਨਾਂ ਦਾ ਕੰਮ ਹੈ, ਮੇਰਾ ਫੌਜਦਾਰੀ ਦਾ ਕੰਮ ਨਹੀਂ ਹੈ। ਮੈਂ ਇੱਕ ਕੁਐਸਚਨ ਪੁੱਛਣਾ ਚਾਹੂੰਗਾ। ਲਗਾਤਾਰ ਕਿਹਾ ਜਾਂਦਾ ਸੀਗਾ ਕਿ ਕੈਪਟਨ ਸੰਦੀਪ ਸੰਧੂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨਜ਼ਦੀਕੀ ਨੇ, ਬਹੁਤ ਵਫਾਦਾਰ ਨੇ। ਤੇ ਹੁਣ ਪਿਛਲੇ ਦਿਨਾਂ 'ਚ ਉਹਨਾਂ ਨਾਲ ਗੱਲਬਾਤ ਜਦੋਂ ਹੋਈ ਇੰਟਰਵਿਊ, ਉਹ ਕਹਿੰਦੇ ਕਿ ਮੈਂ ਪਾਰਟੀ ਨਹੀਂ ਛੱਡੀ, ਪਾਰਟੀ ਉਹਨਾਂ ਨੇ ਛੱਡੀ ਆ। ਮੈਂ ਪਾਰਟੀ ਦਾ ਵਫਾਦਾਰ ਸੀਗਾ, ਮੈਂ ਕਿਸੇ ਪਰਸਨਲ ਇੱਕ ਇੰਡੀਵਿਜੂਅਲ ਦਾ ਵਫਾਦਾਰ ਨਹੀਂ ਸੀਗਾ, ਮੈਂ ਪਾਰਟੀ ਦਾ ਵਫਾਦਾਰ ਆ, ਪਾਰਟੀ ਉਹਨਾਂ ਨੇ ਛੱਡੀ ਹੈ। ਜ਼ਰੂਰ ਛੱਡੀ ਅਸੀਂ, ਬਸ ਹੋਰ ਬਾਕੀ ਉਹਦੇ ਮੈਂ ਕਿਉਂ ਟਿੱਪਣੀ ਕਰਾਂ? ਉਹਦਾ ਹੱਕ ਹੈ, ਬੋਲੇ ਜੋ ਬੋਲਣਾ ਹੈ, ਮੈਂ ਨਹੀਂ ਟਿੱਪਣੀ ਕਰਨੀ ਕਿਸੇ ਤੇ। ਮੈਂ ਨਹੀਂ ਸਮਝਦਾ ਕਿ ਉਹ ਇਸ ਕਾਬਿਲ ਹੈ ਕਿ ਸਾਡੇ ਸੰਗਠਨ ਉਸ ਨੂੰ ਇੰਨਾ ਅਹਿਮੀਅਤ ਦੇ ਉਹਨਾਂ ਦੇ ਉੱਤੇ ਟਿੱਪਣੀ ਕਰਕੇ। ਅਸੀਂ ਹੁਣ ਤੁਸੀਂ ਕਾਈਂਡਲੀ ਇੰਡੀਆ ਦੇ ਸਵਾਲ ਕਰੋ, ਮੈਂ ਪੁਰਾਣੀ ਗੱਲ ਤੇ ਵਿੱਚ ਕੋਈ ਜਵਾਬ ਨਹੀਂ ਦੇਣਾ। ਹੁਣ ਕੀ ਲੱਗਦਾ ਕਿ ਲਗਾਤਾਰ ਜਿਹੜੀ ਸਰਵੇ ਆ ਰਹੇ ਨੇ ਉਹਦੇ ਤੇ ਕਹਿ ਰਹੇ ਨੇ ਕਿ ਹੰਗ ਅਸੈਂਬਲੀ ਦੇ ਸੰਕੇਤ ਸਾਹਮਣੇ ਆ ਰਹੇ ਨੇ। ਆਫਟਰ ਪੋਲ ਕਿਸ ਤਰ੍ਹਾਂ ਦੇ ਨਤੀਜੇ ਆ ਸਕਦੇ ਨੇ? ਐਨਡੀਏ ਕਿਸੇ ਨਾਲ ਹੋਰ ਗਠਬੰਧਨ ਵੀ ਹੋ ਸਕਦਾ ਵਾ? ਮੈਂ ਆਪ ਨੂੰ ਇਹ ਫਰਿਆਦ ਕਰਦਾ ਕਿ ਇਹ ਜਿਹੜੇ ਨਤੀਜੇ ਨਿਕਲਨੇ ਨੇ ਇਹ ਬਹੁਤ ਅਜੂਬੇ ਨਤੀਜੇ ਨਿਕਲਨੇ ਨੇ। ਪਹਿਲੀ ਇਹ ਰਵਾਇਤੀ ਇਲੈਕਸ਼ਨ ਨਹੀਂ ਹੈ, ਮੈਂ ਬਾਰ-ਬਾਰ ਕਹਿ ਰਿਹਾ। ਸਾਡੇ ਸਰਵੇਖਣ ਡੇਲੀ ਆਉਂਦੇ ਆ ਹਰ ਹਲਕੇ ਤੋਂ, ਮੇਰੇ ਤਾਂ 34 ਹੈ, ਮੈਂ ਤਾਂ ਉਹਨਾਂ ਦੀ ਗੱਲ ਕਰ ਸਕਦਾ ਤੇ ਉਹੀ ਸਾਰੇ ਪੰਜਾਬ 'ਚ ਹੋਣਾ, ਮਤਲਬ ਕਿਤੇ ਜ਼ਿਆਦਾ ਕਿਤੇ ਘੱਟ। ਦੇਖੋ ਪਾਰਟੀਆਂ ਦੀ ਜੋ ਸਪੋਰਟ ਹੈਗੀ ਹੈ, ਧੜੇਬਾਜ਼ੀ ਕਹਿ ਲਓ ਜਾਂ ਇਮੋਸ਼ਨਲ ਅਟੈਚਮੈਂਟ ਕਹਿ ਲਓ ਜਾਂ ਕਮਿਟਮੈਂਟ ਟ੍ਰੈਡੀਸ਼ਨਲ ਕਮਿਟਮੈਂਟ ਕਹਿ ਲਓ, ਉਹ ਸਪੋਰਟ ਬੇਸ ਸਾਰਿਆਂ ਦਾ ਜਿਵੇਂ ਹੈਗਾ ਉਹ ਉੱਪਰ ਨੀਚੇ ਹੁੰਦਾ ਥੋੜਾ ਬਹੁਤਾ। ਜਿਹੜੇ ਆਮ ਆਦਮੀ ਹੈ, ਟੋਪੀ ਵਾਲਾ ਨਹੀਂ, ਨਾਰਮਲ ਪੀਪਲ, ਰੈਜ਼ੀਡੈਂਟ, ਵਸਨੀਕ, ਉਹ ਸਾਰੇ ਨਹੀਂ ਪੋਲੀਟੀਕਲੀ ਐਕਟਿਵ ਸੋਚਦੇ ਵਾਲਾ, ਉਹ ਆਪਣੇ ਘਰ-ਬਾਰ ਦੀ ਸੋਚਦੇ ਨੇ, ਆਪਣੀ ਜ਼ਿੰਦਗੀ ਚਲਾਉਣ ਦੀ ਸੋਚਦੇ ਨੇ। ਉਹਨਾਂ ਦਾ ਵਾਹ ਪੈਂਦਾ ਜੇ ਕਿਤੇ ਲਾਇਸੈਂਸ ਰੀਨਿਊ ਕਰਨੀ ਪਈ ਜਾਂ ਕੋਈ ਕਾਗਜ਼ ਕੱਢਣੇ ਪਏ ਜਾਂ ਕੁਛ, ਤਾਂ ਸਰਕਾਰ ਦੀ ਸੋਚਦੇ। ਸਵਾਲ ਇਹ ਹੈ ਕਿ ਅੱਜ ਤੱਕ ਦਾਖੇ ਦੇ ਵਿੱਚ 16,000 ਤਕਰੀਬਨ ਐਸੇ ਵਸਨੀਕ ਨੇ, ਵੋਟਰ, ਜਿਨ੍ਹਾਂ ਨੇ ਕਿਹਾ ਕਿ ਹਾਲੇ ਆਪਾਂ ਮਨ ਨਹੀਂ ਬਣਾਇਆ ਕਿੱਧਰ ਵੋਟ ਪਾਉਣੀ। ਉਹਦਾ ਕਾਰਨ ਕੀ ਹੈ ਮੈਂ ਨਹੀਂ ਜਾਣਦਾ, ਕਿਉਂਕਿ ਇਸ ਵਾਰ ਪ੍ਰੈਸ਼ਰ 5 ਤਰ੍ਹਾਂ ਤੋਂ ਹੈ। तो कैंपेन भी मोर इंटेंसिव है, पोलिंग भी मोर इंटेंसिव होएगी। हालांकि ये कैंपेन अलग तरह का होया है कोविड के कारण। एंड मैं ये भी कहना चाहता कि ਜਿਹੜੇ ਕੋਵਿਡ ਦੇ ਦਿੱਲੀ ਦੇ ਵਿੱਚ ਜੋ ਤੁਸੀਂ ਟੈਲੀਵਿਜ਼ਨ ਤੇ ਦੇਖਿਆ ਸੀ, ਜਿਹਦੇ ਟੋਪੀ ਵਾਲੇ ਜਾਂਦੇ ਨੇ ਉੱਥੇ ਕਹਿੰਦੇ ਨੇ ਕਿ ਅਸੀਂ ਹਰ ਪਿੰਡ 'ਚ ਮੁਹੱਲਾ ਕਲੀਨਿਕ ਬਣਾਵਾਂਗੇ ਜਾਂ ਵਾਰਡ ਦੇ ਵਿੱਚ ਬਣਾਵਾਂਗੇ। ਪਹਿਲੇ ਇਹ ਤਾਂ ਦੱਸੇ ਕਿ ਤੂੰ ਆਕਸੀਜਨ ਕਿਉਂ ਨਹੀਂ ਸਪਲਾਈ ਕੀਤੀ, ਕਿਉਂ ਨਹੀਂ ਅਰਥੀਆਂ ਦਿਖੀਆਂ ਟੈਲੀਵਿਜ਼ਨ ਤੇ? ਉਰੇ ਵੀ ਉਨੀਆਂ ਹੋਈ ਸੀ ਕੋਵਿਡ, ਜ਼ਰੂਰ ਲੋਕ ਗੁਜ਼ਰੇ ਨੇ, ਦੀਏ ਬੁਝੇ ਹਰ ਬਹੁਤ ਘਰਾਂ 'ਚ, ਲੇਕਿਨ ਆਕਸੀਜਨ ਦੀ ਘਾਟ ਦੇ ਕਾਰਨ ਨਹੀਂ। ਜੋ ਐਗਜ਼ੈਕਟਿਵ ਦੀ ਜ਼ਿੰਮੇਵਾਰੀ ਸੀ ਉਹ ਨਿਭਾਈ ਸੀ ਉਸ ਸਮੇਂ ਦੇ ਮੁੱਖ ਮੰਤਰੀ ਦੀ ਐਡਮਿਨਿਸਟ੍ਰੇਸ਼ਨ, ਇਹਨਾਂ ਨੇ ਤਾਂ ਕੀਤੀ ਨਹੀਂ। ਇਹ ਉਰੇ ਆ ਕੇ ਸਾਨੂੰ ਹੈਲਥ ਦੇਣ ਆ ਰਹੇ ਗਰੰਟੀਆਂ ਦੇ ਰੂਪ 'ਚ, ਫਿਰ ਕਹਿੰਦੇ ਪੈਸੇ ਕੱਢਣਗੇ 40,000 ਕਰੋੜ 1,80,000 ਕਰੋੜ ਦੇ ਬਜਟ 'ਚੋਂ। ਕਹਿੰਦੇ 40,000 ਕਰੋੜ ਦੇ ਰਵਾਇਤੀ ਪਾਰਟੀਆਂ ਨੇ ਉਹ ਠੱਗੀ ਮਾਰਦੀ। ਇਹ ਰਵਾਇਤੀ ਨਹੀਂ ਹੈ, ਮੈਂ 2 ਮਹੀਨੇ ਪੁਰਾਣੀ ਪਾਰਟੀ ਹੈ, ਇਹ 12 ਸਾਲ ਪੁਰਾਣੀ ਹੈ। ਇਹ ਰਵਾਇਤੀ ਨਹੀਂ ਹੈ, ਅਸੀਂ ਰਵਾਇਤੀ, ਇਹ ਦੂਜਾ ਤੁਲਿਆ ਹੋਇਆ ਟੋਪੀ ਵਾਲਾ ਹੈ। ਇਹਨੂੰ ਪੁੱਛੋ ਜਿਹੜੇ ਤੁਹਾਡੇ ਚੈਨਲਾਂ ਨੂੰ ਪੈਸੇ ਆ ਰਹੇ ਹੈ, ਇਹ ਲਾ ਰਹੇ ਨਾ, ਦੱਬ ਕੇ ਲਾ ਰਹੇ। ਮੈਂ ਨਹੀਂ ਕਹਿੰਦਾ ਕਿ ਤੁਹਾਨੂੰ ਨਹੀਂ ਆਣੀ ਚਾਹੀਦਾ। ਆਈ ਐਮ ਗਲੈਡ ਯੂ ਆਰ ਗੈਟਿੰਗ ਇਟ, ਇਟਸ ਕਮਿੰਗ ਟੂ ਪੰਜਾਬੀ। ਵੇਅਰ ਇਜ਼ ਇਟ ਕਮਿੰਗ ਫਰਮ? ਵਾਟ ਇਜ਼ ਦ ਸੋਰਸ? ਇਜ਼ ਇਟ ਦ budget of the Delhi government, the advertisement budget and the media budget of the Delhi government? If it is it allowed that a state's resources are spent on a political party which is not the government of Delhi in a separate state? Can you answer this? Ask him. ਕਾਂਗਰਸ ਵਾਲੇ ਕਹਿੰਦੇ ਨੇ ਕਿ 111 ਦਿਨ ਚੰਨੀ ਸਰਕਾਰ, 111 ਦਿਨ 111 ਕੰਮ हो गया ना, चमत्कार हो गया
ਨਹੀਂ ਚਮਤਕਾਰ ਹੋ ਗਏ 111 ਦਿਨ ਚ। ਤੁਸੀਂ ਮੈਨੂੰ ਦੱਸੋ ਜੇ ਪਿੰਡ 'ਚ ਤੁਸੀਂ ਨਾਲੀ ਬਣਾਉਣੀ ਹੈ, ਐਸਟੀਮੇਟ ਲੈਂਦਾ ਸਰਪੰਚ, ਉਸ ਦਿਨ ਤੋਂ ਲੈ ਕੇ ਨਾਲੀ ਬਣਨ ਨੂੰ ਕਿੰਨੇ ਦਿਨ ਲੱਗਦੇ ਦੱਸੋ? 111 ਦਿਨ ਲੱਗਦੇ ਕਿ ਉਸ ਤੋਂ ਜ਼ਿਆਦਾ ਲੱਗਦੇ? 3 ਮਹੀਨੇ ਹੈ ਜੀ। ਤੇ ਇਹ ਸਮਝ ਲਓ ਕਿ ਜੋ ਵੀ ਇਹਨਾਂ ਨੇ ਕੀਤਾ ਹੈ, ਇਹ ਕੈਪਟਨ ਸਾਹਿਬ ਦੀ ਐਡਮਿਨਿਸਟ੍ਰੇਸ਼ਨ ਤਿਆਰ ਰੱਖਿਆ ਹੋਇਆ ਸੀਗਾ ਅਕਤੂਬਰ ਤੇ ਪਹਿਲੀ ਤੋਂ ਲਾਗੂ ਕਰਨ ਨੂੰ, ਚਾਹੇ ਬਿਜਲੀ ਹੋ ਚਾਹੇ ਕੁਝ ਕੰਮ ਹੋ, ਬਿਲਡ ਅਪ ਟੂ ਦੀ ਇਲੈਕਸ਼ਨਸ ਲਾਈਕ ਅ ਪੋਲੀਟੀਕਲ ਆਰਗੇਨਾਈਜੇਸ਼ਨ ਡਜ਼। Okay, he's done nothing. This poor man is, Mr. Channi is a handicapped. ਇਹ ਵਿਚਾਰੇ ਕਹੇ ਜੇ ਮੁੱਖ ਮੰਤਰੀ, ਇਹਨਾਂ ਨੂੰ ਤਾਂ ਗੱਡੀ 'ਚ ਬਿਠਾ ਦੇ ਕੇ ਜਾ ਕੇ ਮੱਝਾਂ ਚੋਲਾ ਜਾਂ ਬੱਕਰੀਆਂ ਚੋਲਾ ਜਾਂ ਭਗੜਾ ਪਾਲਾ ਜਾਂ ਕੁਛ ਇਹਦਾ ਕਰ ਲੈ। ਚਲਾ ਕੌਣ ਰਿਹਾ? ਵਿਧਾਇਕ ਰਾਜਸਥਾਨ ਦਾ ਕੌਣ ਬੰਦਾ ਸੈਕਟਰੀਏਟ 'ਚ? ਉੱਥੇ ਸੈਕਟਰੀਏਟ ਬੰਦਾ ਕਿਆ ਮਤਲਬ? ਕੈਬਨਿਟ ਮੀਟਿੰਗ 'ਚ ਬੈਠਣਾ ਕਿਆ ਮਤਲਬ? ਸੁਣਿਆ ਤੁਸੀਂ ਕਦੀ? ਉਹ ਕਹਿੰਦੇ 4.5 ਸਾਲ ਜਿਹੜੇ ਕੰਮ ਨਹੀਂ ਹੋਏ ਉਹ ਚੰਨੀ ਸਰਕਾਰ ਨੇ 111 ਦਿਨ ਕਰ ਦਿੱਤੇ। ਪੁੱਛ ਲਓ ਕਿੱਥੇ ਹੈ ਯਾਰ, ਤੂੰ ਫੇਰ ਉਹੀ ਸਵਾਲ ਕਰ ਰਿਹਾ। ਜੀ ਬਿਲਕੁਲ ਦਮਨਜੀਤ ਮੋਹਨ ਜੀ ਸਾਡੇ ਨਾਲ ਹੈ ਸਰ। ਲਾਸਟ ਕੁਐਸਚਨ ਹੈ, ਇੱਕ ਤੁਸੀਂ ਥੋੜੇ ਦਿਨ ਪਹਿਲਾਂ ਇੱਕ ਪਿੰਡ ਦੇ ਵਿੱਚ ਜਾ ਕੇ ਰਜਿਸਟ੍ਰੇਸ਼ਨ ਕੀਤੀ, ਕੀ ਕਹਿਣਾ ਚਾਹੋਗੇ? ਬਾਈ ਤੁਹਾਡੇ ਸਾਹਮਣੇ ਹੈ ਸਾਰਾ ਕੁਝ। ਪਿੰਡ ਵਾਲਿਆਂ ਨੇ ਰੋਕਿਆ ਸੀ, ਮੈਂ ਤਾਂ ਲੰਘ ਰਿਹਾ ਸੀ, ਸਾਰੇ ਪ੍ਰੂਫ ਮੈਂ ਐਡਮਿਨਿਸਟ੍ਰੇਸ਼ਨ ਨੂੰ ਦੇਤੇ, ਕੋਈ ਕਾਰਵਾਈ ਨਹੀਂ ਹੋਈ। ਮੇਰੇ ਉਲਟ ਸਮਾਂ ਦੀ ਦਰਖਾਸਤ ਦੇ ਦਿੱਤੀ ਵੀ ਉੱਥੇ ਗਾਲਾਂ ਕੱਢ ਕੇ ਚਲਾ ਗਿਆ, ਤੇ ਤੁਹਾਨੂੰ ਪਤਾ ਹੀ ਹੈ ਮੈਂ ਹੁਣ ਜਲਦੀ ਚ ਫਿਰ ਕਰਦੇ। ਜੀ ਬਿਲਕੁਲ, ਇਹ ਸੀਗੇ ਦਮਨਜੀਤ ਸਿੰਘ ਮੋਹੀ ਤੇ ਉਹਨਾਂ ਦੀ ਕੰਪੇਨ ਵਾਸਤੇ ਅੱਜ ਆਏ ਸੀਗੇ ਰਣਿੰਦਰ ਸਿੰਘ, ਤੇ ਸਿੱਧੇ ਜਿਹੜੇ ਐਲੀਗੇਸ਼ਨ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਲੀਡਰਾਂ ਉੱਤੇ ਲਗਾਉਂਦੇ ਨਜ਼ਰ ਆ ਰਹੇ ਨੇ, ਤੇ ਕਹਿੰਦੇ ਨੇ ਕਿ ਲੋਕ ਹੁਣ ਦੇਖਣਗੇ ਕਿ ਕਿਹਦੇ ਹੱਕ ਦੇ ਵਿੱਚ ਵੋਟ ਪਾਣੀ ਹੈ ਤੇ ਕਿਹਨੂੰ ਸਰਕਾਰ ਬਣਾਉਣੀ ਹੈ। ਕੈਮਰਾਮੈਨ ਬਲਵਿੰਦਰ ਗੋਲਡੀ ਦੇ ਨਾਲ ਵਿਵੇਕ ਟਾਲ, ਚਰਚਾ ਟੀਵੀ ਲੁਧਿਆਣਾ।